प्यारे विद्यार्थियों, अपना ध्यान रखो ते घर तो ही ऑनलाइन पढ़ाई करो। अज असीं करांगे पहला टॉपिक ईमानदारी। ईमानदारी नूं आचरण दे हिस्से वजों समझना, स्वै प्रवानगी अते निज नालों ईमानदारी नूं उचेरा स्थान देना, समाजिक यथार्थ विच ईमानदारी दे पक्ष नूं समझ सकना, ਇਹ ਉਦੇਸ਼ ਹਨ ਇਸ ਪਾਠ ਦੇ। ईमानदारी सर्वोत्तम नीति है, ਇਹ ਕਿਹਾ ਹੈ ਬੈਂਜਮਿਨ ਫਰੈਂਕਲਿਨ ਨੇ। ईमानदारी ਤੋਂ ਕੀ ਭਾਵ ਹੈ? ਆਚਰਣ ਦੀ ਨਿਰਪੱਖਤਾ ਅਤੇ ਸਪਸ਼ਟਤਾ। ईमानदारी ਵਿੱਚ ਸੁਹਿਰਦਤਾ, ਅਖੰਡਤਾ ਅਤੇ ਭਰੋਸੇਯੋਗਤਾ ਵਰਗੇ ਗੁਣ ਸ਼ਾਮਿਲ ਹਨ। ਇਹ ਇੱਕ ਵਿਅਕਤੀ ਵਿੱਚ ਮਿਲਣ ਵਾਲੇ ਚੰਗੇ ਗੁਣ ਹਨ ਅਤੇ ਨਿਸ਼ਚਿਤ ਤੌਰ 'ਤੇ ਮਨੁੱਖ ਦੇ ਨਿੱਜੀ ਜੀਵਨ ਅਤੇ ਸਮਾਜ ਲਈ ਲਾਹੇਵੰਦ ਹਨ। ਸਿਹਤਮੰਦ ਰਿਸ਼ਤੇ ਬਣਾਉਣ ਅਤੇ ਬਣਾਈ ਰੱਖਣ ਲਈ ਦੂਜਿਆਂ ਨਾਲ ਈਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਆਪਣੇ ਆਪ ਨਾਲ ਈਮਾਨਦਾਰ ਹੋਣਾ ਸਵੈ ਪ੍ਰਵਾਨਗੀ ਅਤੇ ਸਵੈ ਮਾਣ ਦੇ ਨਾਲ ਨਾਲ ਨਿੱਜੀ ਵਿਕਾਸ ਅਤੇ ਵਾਧੇ ਲਈ ਵੀ ਬਹੁਤ ਜ਼ਰੂਰੀ ਹੈ। ਹੁਣ ਤੁਹਾਡੇ ਲਈ ਇੱਕ ਕਿਰਿਆ ਹੈ ਜਿਸ 'ਤੇ ਤੁਸੀਂ ਨਿਸ਼ਾਨ ਲਗਾਉਣੇ ਹਨ। ਤੁਸੀਂ ਕਿਸ ਚੀਜ਼ ਨਾਲ ਸਹਿਮਤ ਹੋ? ਜਿਵੇਂ ਬਹੁਤ ਲੋਕਾਂ ਵਿੱਚ ਬਹੁਤ ਲੋਕ ਈਮਾਨਦਾਰ ਹਨ। ਜੇ ਤੁਸੀਂ ਪੂਰਨ ਤੌਰ 'ਤੇ ਸਹਿਮਤ ਹੋ ਤਾਂ ਇਸ ਵਿੱਚ ਟਿਕ ਲਗਾਓ, ਅਪੂਰਨ ਤੌਰ 'ਤੇ ਸਹਿਮਤ ਹੋ ਤਾਂ ਲਗਾਓ। ਜੇ ਬਿਲਕੁਲ ਸਹਿਮਤ ਨਹੀਂ ਹੋ, ਅਸਹਿਮਤੀ ਹੈ ਤੁਹਾਡੀ, ਤਾਂ ਵੀ ਟਿਕ ਲਗਾ ਸਕਦੇ ਹੋ ਇਸ ਦੀ ਟੈਬ ਵਿੱਚ। ਅਰਧ ਅਸਹਿਮਤੀ ਅਤੇ ਪੂਰਨ ਅਸਹਿਮਤੀ। ਤੁਹਾਡੇ ਕੋਲ 5 ਆਪਸ਼ਨਸ ਹਨ। ਤੁਸੀਂ 5 ਆਪਸ਼ਨਸ ਵਿੱਚ ਜੋ ਤੁਹਾਨੂੰ ਪਸੰਦ ਹੈ ਉਸ ਦੇ ਅਕੋਰਡਿੰਗਲੀ ਟਿਕ ਲਗਾ ਸਕਦੇ ਹੋ। ਤੁਹਾਡੀਆਂ ਆਪਸ਼ਨਸ ਹੋਣਗੀਆਂ, ਤੁਹਾਡੇ ਲਈ ਕਥਨ ਹੋਣਗੇ ਜਿਸ 'ਤੇ ਤੁਸੀਂ ਆਪਣੇ ਵਿਚਾਰ ਦੇਣੇ ਹਨ। ਬਹੁਤ ਗਿਣਤੀ ਲੋਕ ਈਮਾਨਦਾਰ ਹਨ। ਜ਼ਿਆਦਾਤਰ ਲੋਕ ਭਰੋਸੇਯੋਗ ਹੁੰਦੇ ਹਨ। ਜ਼ਿਆਦਾਤਰ ਲੋਕ ਦਿਆਲੂ ਹਨ। ਮੈਂ ਆਪ ਭਰੋਸੇਮੰਦ ਹਾਂ। ਬਹੁਤੇ ਲੋਕ ਉਸੇ ਤਰ੍ਹਾਂ ਦੇ ਜਵਾਬ ਦੇਣਗੇ ਜਿਸ ਤਰ੍ਹਾਂ ਦਾ ਉਹਨਾਂ ਬਾਰੇ ਭਰੋਸਾ ਦੂਜਿਆਂ 'ਤੇ ਬਣਿਆ ਹੋਏਗਾ। ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਛੋਟੇ ਸ਼ਬਦਾਂ 'ਚ ਸਮਝਾਵਾਂਗੀ। ਈਮਾਨਦਾਰੀ ਇੱਕ ਐਵੇਂ ਦੀ ਫੀਲਿੰਗ ਹੈ ਕਿ ਤੁਸੀਂ ਕਿਸੇ ਦੇ ਨਾਲ ਬੇਈਮਾਨੀ ਨਹੀਂ ਕਰੋਗੇ। ਮਤਲਬ ਕਿ ਜੇ ਅਸੀਂ ਕਿਸੇ ਦੇ ਕੁਝ ਪੈਸੇ ਦੇਣੇ ਹਨ ਤਾਂ ਅਸੀਂ ਈਮਾਨਦਾਰੀ ਨਾਲ ਵਾਪਸ ਕਰਾਂਗੇ। ਮੰਨ ਲਓ ਜੇ ਕਿਸੇ ਤੋਂ ਕੁਝ ਚੀਜ਼ ਤੁਸੀਂ ਉਧਾਰ ਲਈ ਹੈ ਤਾਂ ਅਸੀਂ ਈਮਾਨਦਾਰੀ ਨਾਲ ਵਾਪਸ ਲਵਾਂਗੇ ਜਾਂ ਵਾਪਸ ਦੇਵਾਂਗੇ। ਮਤਲਬ ਤੁਸੀਂ ਇੱਕ ਦੂਜੇ ਦੇ ਲਈ ਈਮਾਨਦਾਰ ਹੋਗੇ। ਤੁਸੀਂ ਇੱਕ ਦੂਜੇ ਨੂੰ ਸੱਚ ਬੋਲੋਗੇ। ਜੇਕਰ ਤੁਹਾਡੇ ਆਪਸ ਵਿੱਚ ਰਿਸ਼ਤੇ ਖਰਾਬ ਹੋ ਰਹੇ ਹਨ ਤਾਂ ਉਹਦਾ ਕਾਰਨ ਇਹ ਹੈ ਕਿ ਤੁਸੀਂ ਆਪਸ ਵਿੱਚ ਈਮਾਨਦਾਰ ਨਹੀਂ ਹੋ। ਆਪਣੀ ਫੈਮਿਲੀ ਨਾਲ ਰਹਿਣ ਲਈ ਵੀ ਸਾਨੂੰ ਈਮਾਨਦਾਰੀ ਅਪਣਾਉਣੀ ਪੈਂਦੀ ਹੈ। ਹੁਣ ਅਸੀਂ ਇੱਕ ਕਹਾਣੀ ਸੁਣਾਉਂਦੇ ਹਾਂ, ਸ਼ੇਰ ਅਤੇ ਆਜੜੀ ਦੀ ਕਹਾਣੀ। ਇਸ ਕਹਾਣੀ ਵਿੱਚ ਇੱਕ ਆਜੜੀ ਸ਼ੇਰ ਚੀਕਦਾ ਹੈ ਅਤੇ ਪਿੰਡ ਵਾਲਿਆਂ ਨੂੰ ਆਪਣੀਆਂ ਭੇਡਾਂ ਉੱਤੇ ਹੋਏ ਸ਼ੇਰ ਦੇ ਹਮਲੇ ਦੀ ਝੂਠੀ ਕਹਾਣੀ ਬਣਾ ਕੇ ਪੇਸ਼ ਕਰਦਾ ਹੈ। ਅਜਿਹਾ 2-3 ਵਾਰ ਕਰਨ 'ਤੇ ਉਹ ਦੂਜਿਆਂ ਦਾ ਧਿਆਨ ਤਾਂ ਕਾਫੀ ਖਿੱਚਦਾ, ਪਰ ਅੰਤ ਵਿੱਚ ਝੂਠ ਬੋਲਦਾ ਫੜਿਆ ਜਾਂਦਾ। ਬਾਅਦ ਵਿੱਚ ਇੱਕ ਦਿਨ ਸੱਚਮੁੱਚ ਹੀ ਸ਼ੇਰ ਅਤੇ ਉਸਦੀ ਭੇਡ ਨੂੰ ਚੱਕ ਕੇ ਲੈ ਜਾਂਦਾ ਹੈ। ਆਜੜੀ ਨੇ ਰੌਲਾ ਪਾਉਣ 'ਤੇ ਵੀ ਕੋਈ ਉਸਦੀ ਗੱਲ 'ਤੇ ਵਿਸ਼ਵਾਸ ਨਹੀਂ ਕਰਦਾ। ਉਸਨੇ ਪਹਿਲੀ ਵਾਰ ਝੂਠ ਬੋਲਿਆ ਸੀ। ਇਸ ਕਹਾਣੀ 'ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੇਕਰ ਉਹ ਝੂਠ ਨਾ ਬੋਲਦਾ ਤਾਂ ਦੂਸਰੀ ਵਾਰ ਸ਼ਾਇਦ ਉਸਦੀ ਭੇਡ ਬਚ ਜਾਂਦੀ। ਇਹ ਕਹਾਣੀ ਸਾਨੂੰ ਨਾ ਸਿਰਫ ਸੱਚ ਬੋਲਣ ਲਈ ਪ੍ਰੇਰਦੀ ਹੈ ਬਲਕਿ ਦਰਸਾਉਂਦੀ ਹੈ ਕਿ ਇਸ ਤਰ੍ਹਾਂ ਝੂਠ ਬੋਲਣਾ ਘਾਤਕ ਸਿੱਧ ਹੋ ਸਕਦਾ ਹੈ ਅਤੇ ਸਾਡੇ 'ਤੇ ਉਲਟਾ ਪੈ ਸਕਦਾ ਹੈ। ਬਚਪਨ ਵਿੱਚ ਵੀ ਤੁਹਾਨੂੰ ਇੱਕ ਕਹਾਣੀ ਬਾਰੇ ਤੁਹਾਡੇ ਪੇਰੈਂਟਸ ਨੇ, ਤੁਹਾਡੇ ਮਾਤਾ ਪਿਤਾ ਨੇ, ਤੁਹਾਡੇ ਦਾਦਾ ਦਾਦੀ ਨੇ ਜ਼ਰੂਰ ਦੱਸਿਆ ਹੋਣਾ। ਕਹਾਣੀ ਦਾ ਤਰੀਕਾ ਕੁਛ ਅਲੱਗ ਸੀ। ਉਹਨਾਂ ਨੇ ਕਿਹਾ ਸੀ ਕਿ ਆਜੜੀ ਜਾਂਦਾ ਸੀ, ਆਪਣੀਆਂ ਭੇਡਾਂ ਲੈ ਕੇ ਜਾਂਦਾ ਸੀ। ਫਿਰ ਉਸ ਤੋਂ ਬਾਅਦ ਰੋਜ਼ ਰੌਲਾ ਪਾ ਦਿੰਦਾ ਸੀ ਉਹੀ ਗੱਲ ਕਿ ਸ਼ੇਰ ਆ ਗਿਆ। ਫਿਰ ਕੀ ਹੁੰਦਾ ਸੀ, ਸਾਰੇ ਇਕੱਠੇ ਹੋ ਕੇ ਆ ਗਏ। 1 ਵਾਰ ਆਏ, 2 ਵਾਰ ਆਏ, ਪਰ ਤੀਸਰੀ ਵਾਰ ਨਹੀਂ ਆਏ। ਔਰ ਤੀਸਰੀ ਵਾਰ ਦੇ ਵਿੱਚ ਸ਼ੇਰ ਨੇ ਸਾਰੀਆਂ ਭੇਡਾਂ ਨੂੰ ਵੀ ਖਾ ਲਿਆ ਅਤੇ ਆਜੜੀ ਨੂੰ ਵੀ ਖਾ ਲਿਆ। ਇਹ ਸਾਡੀ ਜਿਹੜੀ ਕਹਾਣੀ ਸਾਡੇ ਪੜਦਾਦੇ ਦਾਦੇ ਸਾਨੂੰ ਸੁਣਾਉਂਦੇ ਸੀ। ਇਹ ਕਹਾਣੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ। ਇਸੇ ਤਰ੍ਹਾਂ ਇਮਾਨਦਾਰ ਲੱਕੜਹਾਰਾ ਦੀ ਕਹਾਣੀ ਵੀ ਤੁਸੀਂ ਸੁਣੀ ਹੋਣੀ ਹੈ। ਇਸ ਕਹਾਣੀ ਵਿੱਚ ਇੱਕ ਗਰੀਬ ਲੱਕੜਹਾਰੇ ਦਾ ਇੱਕੋ ਇੱਕ ਕੁਹਾੜਾ ਲੱਕੜਾਂ ਕੱਟਦੇ ਸਮੇਂ ਨਦੀ 'ਚ ਡਿੱਗ ਗਿਆ ਅਤੇ ਗੁੰਮ ਹੋ ਗਿਆ। ਉਹ ਬੜਾ ਪਰੇਸ਼ਾਨ ਹੋ ਗਿਆ
ਅਤੇ ਫਿਰ ਕੀ ਹੋਇਆ, ਨਵਾਂ ਕੁਹਾੜਾ ਖਰੀਦਣ ਲਈ ਉਸ ਕੋਲ ਪੈਸੇ ਵੀ ਨਹੀਂ ਸਨ। ਉਸਨੂੰ ਨਦੀ ਦੇ ਕੰਢੇ ਅਫਸੋਸ ਵਿੱਚ ਬੈਠਿਆਂ ਵੇਖ ਕੇ ਕੋਲੋਂ ਲੰਘਦਾ ਇੱਕ ਰਾਜਾ ਸ਼ਾਹੀ ਗੋਤਾਖੋਰ ਨੂੰ ਕੁਹਾੜਾ ਲਿਆਉਣ ਲਈ ਭੇਜਦਾ ਹੈ। ਗੋਤਾਖੋਰ ਇੱਕ ਸੋਨੇ ਦਾ ਕੁਹਾੜਾ ਇਹ ਕਹਿੰਦੇ ਹੋਏ ਪੇਸ਼ ਕਰਦਾ ਹੈ, ਮੈਨੂੰ ਇਹ ਕੁਹਾੜਾ ਨਦੀ 'ਚੋਂ ਮਿਲਿਆ ਹੈ, ਕੀ ਇਹ ਤੇਰਾ ਹੈ? ਲੱਕੜਹਾਰਾ ਇਹ ਕਹਿੰਦੇ ਹੋਏ ਇਹ ਕੁਹਾੜਾ ਉਸਦਾ ਨਹੀਂ ਹੈ ਇਮਾਨਦਾਰੀ ਨਾਲ ਜਵਾਬ ਦਿੰਦਾ ਹੈ। ਗੋਤਾਖੋਰ ਫਿਰ ਉਸਨੂੰ ਚਾਂਦੀ ਦਾ ਕੁਹਾੜਾ ਪੇਸ਼ ਕਰਦਾ ਹੈ, ਪਰੰਤੂ ਲੱਕੜਹਾਰਾ ਫਿਰ ਗੋਤਾਖੋਰ ਨੂੰ ਕਹਿੰਦਾ ਇਹ ਕੁਹਾੜਾ ਵੀ ਉਸਦਾ ਨਹੀਂ ਹੈ। ਅੰਤ ਵਿੱਚ ਗੋਤਾਖੋਰ ਉਸਨੂੰ ਉਸਦਾ ਕੁਹਾੜਾ ਪੇਸ਼ ਕਰਦਾ ਹੈ ਤਾਂ ਲੱਕੜਹਾਰਾ ਖੁਸ਼ ਹੋ ਕੇ ਕਹਿੰਦਾ ਹੈ ਇਹ ਉਹੀ ਕੁਹਾੜਾ ਹੈ ਜੋ ਕਿ ਉਸਦਾ ਹੈ। ਕਰਦੇ ਹਨ ਇਹ ਦੇਖਦੇ ਹੋਏ ਮਨੁੱਖ ਕਿੰਨਾ ਇਮਾਨਦਾਰ ਹੈ, ਰਾਜਾ ਤਿੰਨੋਂ ਕੁਹਾੜੇ ਹੀ ਉਸਨੂੰ ਇਨਾਮ ਵਜੋਂ ਦੇ ਦਿੰਦਾ ਹੈ। ਹੁਣ ਤੁਸੀਂ ਇਹ ਦੇਖੋ ਕਿ ਕੀ ਇਸ ਤਰ੍ਹਾਂ ਕਰਨਾ ਚਾਹੀਦਾ ਸੀ? ਉਸਨੂੰ ਪਹਿਲਾਂ ਹੀ ਸੋਨੇ ਦਾ ਕੁਹਾੜਾ ਮੰਨ ਲੈਣਾ ਚਾਹੀਦਾ ਸੀ? ਨਹੀਂ, ਲੱਕੜਹਾਰੇ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸਨੇ ਆਪਣੇ ਕੁਹਾੜੇ ਨੂੰ ਹੀ ਆਪਣਾ ਕਿਹਾ। ਇਹ ਉਸਦੀ ਇਮਾਨਦਾਰੀ ਸੀ ਅਤੇ ਉਸਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਰਾਜੇ ਨੇ ਉਸਨੂੰ ਤਿੰਨੋਂ ਕੁਹਾੜੇ ਦੇ ਦਿੱਤੇ। ਫਿਰ ਉਸਦਾ ਹੱਕ ਸੀ ਕਿਉਂਕਿ ਉਹ ਉਸਦਾ ਇਨਾਮ ਬਣ ਚੁੱਕੇ ਸੀ। ਤਾਂ ਸਾਨੂੰ ਆਪਣੇ ਜੀਵਨ ਵਿੱਚ ਇਮਾਨਦਾਰੀ ਅਪਣਾਉਣੀ ਚਾਹੀਦੀ ਹੈ। ਹੁਣ ਵਿਦਿਆਰਥੀਆਂ ਲਈ ਇੱਕ ਕਿਰਿਆ ਹੈ। ਜੋ ਇਨਸਾਨ ਤੁਹਾਨੂੰ ਇਮਾਨਦਾਰ ਲੱਗਦਾ ਹੈ ਉਸ ਬਾਰੇ ਤੁਸੀਂ ਕੋਈ ਪੋਸਟਰ, ਸਕੈਚ ਜਾਂ ਕੋਲਾਜ ਬਣਾਓ ਅਤੇ ਫਿਰ ਉਸ ਵਿੱਚ ਉਸਦੇ ਵਿਚਾਰਾਂ ਦਾ ਸਮਰਥਨ ਕਰੋ। ਹੁਣ ਇੱਕ ਕੇਸ ਸਟੱਡੀ ਕਰਾਂਗੇ। ਗਰਮੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੇ ਹਰ ਰੋਜ਼ 10 ਮੁੱਖ ਖਬਰਾਂ ਇੱਕ ਨੋਟਬੁੱਕ ਵਿੱਚ ਲਿਖਣ ਲਈ ਇੱਕ ਅਖਬਾਰ ਪੜ੍ਹਿਆ। ਰਾਹੁਲ ਰੋਜ਼ ਅੰਗਰੇਜ਼ੀ ਅਖਬਾਰ ਦਾ ਟ੍ਰਿਬਿਊਨ ਦੇਖਦਾ ਸੀ ਅਤੇ ਖਬਰਾਂ ਨੋਟ ਕਰਦਾ ਸੀ। ਸੀਮਾ ਨੇ ਹਰ ਰੋਜ਼ ਪੰਜਾਬੀ ਅਖਬਾਰ ਪੜ੍ਹਦੇ ਆਪਣੇ ਦਾਦਾ ਜੀ ਤੋਂ ਖਬਰਾਂ ਪੁੱਛ ਕੇ ਇਹ ਕਿਰਿਆ ਪੂਰੀ ਕੀਤੀ। ਕਿਰਨ ਨੇ ਅਧਿਆਪਕ ਜੀ ਵੱਲੋਂ ਦਿੱਤਾ ਕੰਮ ਜਮ੍ਹਾਂ ਕਰਵਾਉਣ ਲਈ ਇਸ ਕੰਮ ਦੀ ਨਕਲ ਸੀਮਾ ਦੀ ਨੋਟਬੁੱਕ ਤੋਂ ਕਰ ਲਈ। ਹੁਣ ਤੁਸੀਂ ਕੁਝ ਪ੍ਰਸ਼ਨਾਂ ਦੇ ਉੱਤਰ ਦਿਓ। ਘਰ ਦਾ ਕੰਮ ਕੀ ਸੀ? ਘਰ ਦਾ ਕੰਮ ਕਿਸ ਕਿਸ ਨੇ ਪੂਰਾ ਕੀਤਾ? ਘਰ ਦਾ ਕੰਮ ਮੁਕੰਮਲ ਕਰਨ ਲਈ ਕੀ ਤਰੀਕੇ ਵਰਤੇ ਗਏ? ਤੁਹਾਨੂੰ ਕਿਹੜਾ ਤਰੀਕਾ ਸਹੀ ਲੱਗਿਆ ਅਤੇ ਕਿਉਂ? ਤੁਸੀਂ ਆਪਣਾ ਕੰਮ ਕਿਵੇਂ ਪੂਰਾ ਕਰੋਗੇ? ਕੁਝ ਠੀਕ ਗਲਤ ਦੇ ਜਵਾਬ ਦਿਓ ਜਿਸ ਦੇ ਨਾਲ ਤੁਸੀਂ ਆਪਣੇ ਆਪ ਨੂੰ ਪਹਿਚਾਣ ਸਕੋਗੇ ਕਿ ਇਮਾਨਦਾਰ ਹੋ ਜਾਂ ਨਹੀਂ। ਗੱਲ ਕਰਾਂਗੇ ਸਤਿਕਾਰ ਦੀ। ਸਤਿਕਾਰ ਮੀਨਸ ਅਸੀਂ ਇੱਕ ਦੂਜੇ ਨੂੰ ਕਿੰਨਾ ਆਦਰ ਦਿੰਦੇ ਹਾਂ, ਇੱਕ ਦੂਜੇ ਨੂੰ ਕਿੰਨੀ ਰਿਸਪੈਕਟ ਦਿੰਦੇ ਹਾਂ। ਅੱਜ ਕੱਲ੍ਹ ਹਰ ਛੋਟਾ ਬੱਚਾ ਵੀ ਰਿਸਪੈਕਟ ਚਾਹੁੰਦਾ ਹੈ ਅਤੇ ਅਸੀਂ ਜੇ ਕਿਸੇ ਨੂੰ ਜੀ ਕਹਾਂਗੇ ਤਾਂ ਹੀ ਜੀ ਕਹਾਵਾਂਗੇ। ਬੱਚਿਓ, ਵਿਦਿਆਰਥੀਆਂ ਵਿੱਚ ਦੂਜਿਆਂ ਦੇ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ, ਸਤਿਕਾਰ ਦਾ ਮਹੱਤਵ ਸਮਝਦਿਆਂ ਹੋਇਆਂ ਸਵੈ ਸਤਿਕਾਰ ਵਿੱਚ ਵਾਧਾ ਕਰਨਾ ਅਤੇ ਆਪਸੀ ਸਤਿਕਾਰ ਜ਼ਰੀਏ ਸਾਂਝ ਅਤੇ ਮੇਲ ਜੋਲ ਵਧਾਉਣਾ, ਇਹੀ ਇਸ ਪਾਠ ਦਾ ਉਦੇਸ਼ ਹੈ। ਕਿਸੇ ਵੀ ਦੂਜੇ ਮਨੁੱਖ ਨੂੰ ਦੇਖਦਿਆਂ ਹੀ ਮਨੁੱਖ ਦੇ ਅੰਦਰ ਪੈਦਾ ਹੁੰਦੀ ਸਨਮਾਨ ਦੀ ਭਾਵਨਾ ਨੂੰ ਸਤਿਕਾਰ ਕਿਹਾ ਜਾਂਦਾ ਹੈ। ਅਸੀਂ ਜਦੋਂ ਆਪਣੇ ਤੋਂ ਵੱਡੇ, ਛੋਟੇ ਜਾਂ ਹਮ ਉਮਰ ਲਈ ਆਦਰ ਭਾਵ ਪ੍ਰਗਟ ਕਰਦੇ ਹਾਂ ਤਾਂ ਉਸ ਦੇ ਸਤਿਕਾਰ ਦੇ ਨਾਲ ਨਾਲ ਅਸੀਂ ਸਵੈ ਸਤਿਕਾਰ ਦੀ ਉਦਾਹਰਨ ਵੀ ਪੇਸ਼ ਕਰ ਰਹੇ ਹੁੰਦੇ ਹਾਂ। ਸਤਿਕਾਰ ਦੀ ਭਾਵਨਾ ਜ਼ਬਰਦਸਤੀ ਨਾਲ ਪੈਦਾ ਨਹੀਂ ਹੋ ਸਕਦੀ। ਕਿਸੇ ਨੂੰ ਵੀ ਸੰਬੋਧਨ ਕਰਨ ਵੇਲੇ ਜੋ ਸ਼ਬਦ ਅਸੀਂ ਚੁਣਦੇ ਹਾਂ ਉਹਨਾਂ ਦੀ ਪ੍ਰਤੀਕਿਰਿਆ ਵਜੋਂ ਸਾਡੇ ਤੱਕ ਪੁੱਜਦੀਆਂ ਭਾਵਨਾਵਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਾਡੇ ਅੰਦਰ ਕਿਸੇ ਪ੍ਰਤੀ ਕਿੰਨਾ ਆਦਰ ਹੈ। ਇਸ ਲਈ ਹੁਣ ਅਸੀਂ ਪਹਿਲੀ ਕਿਰਿਆ ਕਰਾਂਗੇ। 5 ਵਿਦਿਆਰਥੀ ਖੜੇ ਹੋਣਗੇ। ਪਹਿਲਾ ਵਿਦਿਆਰਥੀ ਬੋਲੇਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਸਾਥੀਓ, ਅਤੇ ਜਮਾਤ ਬੋਲੇਗੀ ਸਤਿ ਸ਼੍ਰੀ ਅਕਾਲ। ਦੂਜਾ ਬੋਲੇਗਾ ਨਮਸਤੇ ਮੇਰੇ ਸਾਥੀਓ, ਤਾਂ ਸਾਰੀ ਜਮਾਤ ਉਸਨੂੰ ਨਮਸਤੇ ਕਹੇਗੀ। ਹੁਣ ਦੇਖਦੇ ਹਾਂ ਤੀਸਰਾ ਬੱਚਾ ਕੀ ਬੋਲੇਗਾ। ਤੀਸਰਾ ਵਿਦਿਆਰਥੀ ਗੁੱਡ ਮੋਰਨਿੰਗ ਸਰ ਐਂਡ ਸਟੂਡੈਂਟਸ, ਤਾਂ ਜਮਾਤ ਵੈਰੀ ਗੁੱਡ ਮੋਰਨਿੰਗ ਬੋਲੇਗੀ। ਚੌਥਾ ਵਿਅਕਤੀ ਬੋਲੇਗਾ ਕੀ ਹਾਲ ਹੈ ਤੁਹਾਡਾ ਸਭ ਦਾ, ਤਾਂ ਸਾਰੇ ਬੋਲਣਗੇ ਬਹੁਤ ਵਧੀਆ। ਪੰਜਵਾਂ ਬੋਲੇਗਾ ਆਪ ਸਭ ਦਾ ਭਲਾ ਹੋਵੇ। ਜਮਾਤ ਵੀ ਬੋਲੇਗੀ ਆਪ ਦਾ ਵੀ ਭਲਾ ਹੋਵੇ। ਇਸ ਕਿਰਿਆ ਦੀ ਦੁਹਰਾਈ 5 ਹੋਰ ਵਿਦਿਆਰਥੀਆਂ ਨਾਲ ਵੀ ਕੀਤੀ ਜਾ ਸਕਦੀ ਹੈ, ਪਰ ਦੂਸਰੀ ਕਿਰਿਆ ਵਿੱਚ ਸਾਰੇ ਵਿਦਿਆਰਥੀ ਖਿਜਣ ਵਾਲੇ ਭਾਵ ਦੇ ਨਾਲ ਬੋਲਣਗੇ, ਉੱਚੀ ਲਹਿਜੇ ਨਾਲ, ਤੇਜ਼ ਲਹਿਜੇ ਨਾਲ ਬੋਲਣਗੇ। ਜਵਾਬ ਦੇਣ ਦੇ ਲਹਿਜੇ ਵਿੱਚ ਵੀ ਤਬਦੀਲੀ ਨਜ਼ਰ ਆਏਗੀ।
ਇਸ ਤਰ੍ਹਾਂ ਕੀ ਹੋਏਗਾ, ਮੋਟੇ ਤੌਰ 'ਤੇ ਦੂਸਰੇ ਸਮੂਹ ਨੂੰ ਮਿਲੇ ਵੱਖਰੇ ਜਵਾਬ ਤੋਂ ਸਪਸ਼ਟ ਹੋਏਗਾ ਕਿ ਸਤਿਕਾਰ ਕਰਨ ਨਾਲ ਹੀ ਸਤਿਕਾਰ ਮਿਲਦਾ ਹੈ। ਇਹਨਾਂ ਚਿਹਰਿਆਂ ਵਿੱਚ ਫਰਕ ਨਜ਼ਰ ਆ ਰਿਹਾ ਹੈ ਨਾ? ਕੋਈ ਗੁੱਸੇ 'ਚ ਹੈ, ਕੋਈ ਰੋਂਦੂ ਹੈ, ਬਟ ਸਮਾਈਲੀ ਸਭ ਤੋਂ ਸੁੰਦਰ ਹੈ। 5 ਵਿਦਿਆਰਥੀ ਆਪਣੇ ਚਿਹਰੇ ਇਸ ਤਰ੍ਹਾਂ ਬਣਾਉਣਗੇ। ਪਹਿਲਾ ਖੁਸ਼ੀ ਨਾਲ, ਦੂਜਾ ਰੋਣ ਹਾਕਾ, ਤੀਜਾ ਗੁੱਸੇ ਵਿੱਚ, ਚੌਥਾ ਉਦਾਸ ਅਤੇ ਪੰਜਵਾਂ ਸ਼ਰਮਾਉਂਦਾ ਹੋਇਆ। ਹੁਣ ਅਧਿਆਪਕ ਜੀ ਵਿਦਿਆਰਥੀਆਂ ਨੂੰ ਪੁੱਛਣਗੇ ਕਿ ਉਹਨਾਂ ਦੇ ਅੰਦਰੋਂ ਕਿਹੜੇ ਹਾਵ ਭਾਵ ਲਈ ਆਦਰ ਸਤਿਕਾਰ ਦੀ ਭਾਵਨਾ ਉੱਠ ਸਕਦੀ ਹੈ। ਇਹ ਕਿਰਿਆ ਵਿਦਿਆਰਥੀਆਂ ਨੂੰ ਸਪਸ਼ਟ ਕਰੇਗੀ ਕਿ ਚਿਹਰੇ ਦੇ ਕਿਹੜੇ ਭਾਵ ਪ੍ਰਤੀਕਿਰਿਆ ਵਜੋਂ ਦਿਖਾ ਸਕਦੇ ਹਨ। ਹਰ ਬੱਚਾ ਆਪਣੇ ਅਨੁਸਾਰ ਜਵਾਬ ਦਿਓ। ਵਿਦਿਆਰਥੀ ਦੇ ਮਨ ਵਿੱਚ ਕਿੰਨਾ ਵਿਅਕਤੀਆਂ ਲਈ ਵਧੇਰੇ ਸਤਿਕਾਰ ਹੈ ਅਤੇ ਕਿਉਂ? ਕਿਸੇ ਦੂਸਰੇ ਵਿਅਕਤੀ ਦਾ ਸਤਿਕਾਰ ਕਰਨ ਨਾਲ ਮਨੁੱਖ ਨੂੰ ਕੀ ਫਾਇਦਾ ਹੁੰਦਾ ਹੈ? ਦੱਸੋ, ਲਿਖੋ। ਹੁਣ ਕਰਾਂਗੇ ਅਗਲਾ ਪ੍ਰਸ਼ਨ। ਤੁਹਾਨੂੰ ਸਵੈ ਸਤਿਕਾਰ ਪ੍ਰਾਪਤ ਕਰਨ ਲਈ ਆਪਣੇ ਵਿੱਚ ਕੀ ਤਬਦੀਲੀਆਂ ਲਿਆਉਣੀਆਂ ਪੈਣਗੀਆਂ? ਇਸ ਤੋਂ ਬਾਅਦ ਕੁਝ ਠੀਕ ਗਲਤ ਹਨ। ਦੂਜਿਆਂ ਨੂੰ ਦਿੱਤਾ ਸਤਿਕਾਰ ਹੀ ਤੁਹਾਨੂੰ ਸਤਿਕਾਰ ਦਿਵਾਉਂਦਾ ਹੈ। ਕੀ ਇਹ ਠੀਕ ਹੈ ਜਾਂ ਗਲਤ? ਸਤਿਕਾਰ ਸਿਰਫ ਆਪਣੇ ਤੋਂ ਵੱਡਿਆਂ ਦਾ ਹੀ ਕੀਤਾ ਜਾ ਸਕਦਾ ਹੈ, ਛੋਟਿਆਂ ਜਾਂ ਹਮ ਉਮਰ ਦਾ ਸਤਿਕਾਰ ਨਹੀਂ? ਅਜਿਹੇ ਵਿਅਕਤੀ ਵੀ ਹੁੰਦੇ ਹਨ ਜੋ ਲੋੜ ਵੇਲੇ ਸਿਰਫ ਦਿਖਾਵੇ ਦਾ ਸਤਿਕਾਰ ਹੀ ਕਰਦੇ ਹੋਣ। ਚੌਥਾ ਨੰਬਰ ਹੈ, ਕਿਸੇ ਦਾ ਸਤਿਕਾਰ ਕਰਕੇ ਸਾਨੂੰ ਆਤਮਿਕ ਖੁਸ਼ੀ ਮਿਲਦੀ ਹੈ, ਜੋ ਕਿ ਬਿਲਕੁਲ ਸਹੀ ਹੈ। ਅਗਲੇ ਪਾਠ ਲਈ ਚੈਨਲ ਸਬਸਕ੍ਰਾਈਬ ਕਰੋ।